हेलो फ्रेंड्स गुड मॉर्निंग एंड वेलकम बैक टू माय यूपीएससी एस्पिरेंट चैनल। जिमें कि ਤੁਹਾਨੂੰ ਪਤਾ ਹੈ ਕਿ ਅਸੀਂ ਪੀਸੀਐਸ ਬੈਚ ਸਟਾਰਟ ਕੀਤਾ ਹੋਇਆ YouTube ਤੇ। ਸਭ ਤੋਂ ਪਹਿਲਾਂ ਅਸੀਂ ਵਰਡ ਹਿਸਟਰੀ ਕਵਰ ਕਰ ਰਹੇ ਹਾਂ। ਸੋ ਹੋਪ ਸੋ ਤੁਸੀਂ ਪਹਿਲਾਂ ਲੈਕਚਰ ਨੂੰ ਰਿਵਾਈਜ਼ ਕੀਤਾ ਹੋਏਗਾ ਤੇ ਤੁਸੀਂ ਆਪਣੇ ਨੋਟਸ ਵੀ ਹੈਂਡ ਰਿਟਨ ਐਵੇਂ ਦੇ ਬਣਾ ਲਏ ਹੋਣਗੇ। ਮੈਂ ਪੀਡੀਐਫ ਟੈਲੀਗ੍ਰਾਮ ਤੇ ਪਾ ਦਿੱਤੀ ਹੈ, ਤੁਸੀਂ ਉੱਥੇ ਜਾ ਕੇ ਜ਼ਰੂਰ ਦੇਖ ਲੈਣਾ। ਸੋ ਅੱਜ ਦਾ ਸਾਡਾ ਟੌਪਿਕ ਹੈ ਇਨਲਾਈਟਮੈਂਟ ਦੇ ਬਾਰੇ ਅਸੀਂ ਗੱਲ ਕਰਾਂਗੇ। ਦੀ ਆਈਡੀਆ ਆਫ ਥਿੰਕਿੰਗ ਮੈਨ ਇਜ਼ ਨੋਨ ਐਜ਼ ਇਨਲਾਈਟਮੈਂਟ। ਜਿਹੜਾ ਵੀ ਇੱਕ ਮਨੁੱਖ ਦਾ ਜਨਮ ਹੋਇਆ ਜਿਹੜਾ ਕਿ ਸੋਚਣ ਸਮਝਣ ਦੀ ਸ਼ਕਤੀ ਰੱਖਦਾ ਹੈ, ਥਿੰਕਿੰਗ ਮੈਨ ਹੈਗਾ, ਅਸੀਂ ਉਸੇ ਹੀ ਚੀਜ਼ ਨੂੰ ਕੀ ਕਹਿੰਦੇ ਇਨਲਾਈਟਮੈਂਟ ਹੈਗੀ ਕਿ ਉਹਦੇ ਦਿਮਾਗ ਦੀ ਬੱਤੀ ਜੱਗੀ ਹੈ ਤੇ ਉਹ ਹੁਣ ਸੋਚਣ ਸਮਝਣ ਦੀ ਸ਼ਮਤਾ ਰੱਖਦਾ ਹੈਗਾ। ਇਨਲਾਈਟਮੈਂਟ ਵਾਸਤੇ ਕਲਚਰਲ ਮੂਵਮੈਂਟ ਇੱਕ ਤਰ੍ਹਾਂ ਦੀ ਕਲਚਰਲ ਮੂਵਮੈਂਟ ਸੀ। ਕਦੋਂ ਆਈ ਹੈ? 17th-18th ਸੈਂਚੁਰੀ ਵਿੱਚ ਆਈ ਹੈ। ਕਿੱਥੇ? ਯੂਰਪ ਦੇ ਵਿੱਚ। that laid emphasis on the power of human mind to liberate the individual and improve the society। ਕਹਿੰਦੇ ਇਹਦੇ ਵਿੱਚ ਮੇਨਲੀ ਕੀ ਸੀ ਕਿ ਹਿਊਮਨ ਮਾਈਂਡ ਵਿੱਚ ਆਈ ਹੈ ਕਿ ਉਹ ਸਾਨੂੰ ਆਜ਼ਾਦੀ ਚਾਹੀਦੀ ਹੈ ਤੇ ਅਸੀਂ ਇਸੇ ਹੀ ਤਰ੍ਹਾਂ ਆਪਣੀ ਸੁਸਾਇਟੀ ਨੂੰ ਇੰਪਰੂਵ ਕਰ ਸਕਦੇ ਹਾਂ। ਦਸ ਇਟ ਇਜ਼ ਆਲਸੋ ਰੈਫਰ ਟੂ ਐਜ਼ ਦ ਏਜ ਆਫ ਰੀਜ਼ਨ। ਇੱਥੇ ਰੀਜ਼ਨ ਦੀ ਸਪੈਲਿੰਗ ਮੈਂ ਗਲਤ ਲਿਖਿਆ, ਤੁਸੀਂ ਇਹਨੂੰ ਠੀਕ ਕਰ ਲੈਣਾ। REASON ਹੁੰਦਾ ਹੈ। ਸੋ ਇਹ ਕੀ ਸੀ? ਇੱਕ ਤਰ੍ਹਾਂ ਦਾ ਜਿਹੜਾ ਟਾਈਮ ਪੀਰੀਅਡ ਚੱਲ ਰਿਹਾ ਸੀ, ਕੁਐਸਚਨ ਮਾਰਕਿੰਗ ਦਾ ਟਾਈਮ ਪੀਰੀਅਡ ਸੀ ਕਿ ਇਹ ਚੀਜ਼ ਕਿਉਂ ਹੈ ਤੇ ਇਹ ਕਿਉਂ ਹੈ ਕੀ ਹੈ। So, as Emmanuel Kant wrote in 1784 that enlightenment is man's emergence from self-anchored immaturity। ਕਹਿੰਦੇ ਇੱਕ ਤਰ੍ਹਾਂ ਦੀ ਅਗਰ ਤੁਸੀਂ ਐਮੈਨੂਅਲ ਕਾਂਟ ਜਿਵੇਂ ਕਿ ਫੇਮਸ ਪਰਸਨੈਲਿਟੀ ਸੀ ਜਿਹੜੇ ਕਿ ਲਿਖਦੇ ਸੀ ਇਹਦੇ ਬਾਰੇ, ਅਗਰ ਤੁਸੀਂ ਆਨਸਰ ਰਾਈਟਿੰਗ ਵਿੱਚ ਇਹਨਾਂ ਦੇ ਨਾਮ ਮੈਂਸ਼ਨ ਕਰੋਗੇ ਤਾਂ ਸਾਡਾ ਆਨਸਰ ਬਹੁਤ ਇਫੈਕਟਿਵ ਹੋ ਜਾਏਗਾ। ਕਹਿੰਦੇ ਕਿ ਉਹਨਾਂ ਨੇ ਕਿਹਾ ਕਿ ਮੈਨ ਜਿਹਦੀ ਇਮਰਜੈਂਸ ਹੋਈ ਹੈ ਨਾ ਆਪਣੇ ਆਪ ਦੀ ਮੈਚਿਓਰਿਟੀ ਤੋਂ ਹੁੰਦੀ ਹੈਗੀ ਹੈ। ਸੋ ਕੌਜ਼ਿਸ ਸਿਚੁਏਸ਼ਨ ਦੈਟ ਲੈਡ ਟੂ ਇਨਲਾਈਟਮੈਂਟ। ਇਹੋ ਜਿਹੇ ਕਿਹੜੇ ਕਾਰਨ ਹੈ ਜਿਹਦੇ ਕਰਕੇ ਇਨਲਾਈਟਮੈਂਟ ਆਈ ਹੈਗੀ ਹੈ? ਇਨਲਾਈਟਮੈਂਟ ਵਾਸ ਏ ਰਿਐਕਸ਼ਨ ਟੂ ਸਿਸਟਮ ਆਫ ਰਿਲੀਜੀਅਸ ਸੋਸ਼ਲ ਹਾਇਰਾਰਕੀ where the king was considered as divine representative of the god and the society was divided into privileged and non-privileged class। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਮੇਨ ਕਾਰਨ ਇਹ ਸੀ ਕਿ ਜਿਹੜੀ ਸਾਡੀ ਸੋਸਾਇਟੀ ਸੀ ਉਹ ਇੱਕ ਹਾਇਰਾਰਕੀ ਸੀ, ਮਤਲਬ ਕਿ ਰਾਜੇ ਦਾ ਮੁੰਡਾ ਅੱਗੇ ਰਾਜਾ ਬਣੇਗਾ। ਸੋ ਇੱਕ ਹੀ ਫੈਮਿਲੀ ਦੇ ਵਿੱਚ ਲਿਮਿਟਡ ਸੀ, ਉਹੀ ਹਮੇਸ਼ਾ ਸਾਡੇ ਤੇ ਆਪਣੇ ਅਧਿਕਾਰ ਰੱਖਦੇ ਸਨ ਤੇ ਐਵੇਂ ਅਸੀਂ ਕਹਿ ਸਕਦੇ ਹਾਂ ਕਿ ਉਹਨੂੰ ਅਸੀਂ ਰਿਪਰੈਜ਼ੈਂਟੇਟਿਵ ਗੋਡ ਕਿਉਂ ਨਹੀਂ ਹੈ, ਅਸੀਂ ਆਪਣੀ ਆਜ਼ਾਦੀ, ਅਸੀਂ ਆਪਣੀ ਜ਼ਿੰਦਗੀ ਦੇ ਖੁਦ ਡਿਸੀਜ਼ਨ ਲਵਾਂਗੇ। ਸੋ ਲੋਕਾਂ ਦੇ ਵਿੱਚ ਐਵੇਂ ਸੋਚ ਆ ਗਈ ਤੇ ਉਹਨਾਂ ਨੇ ਇਹਦੇ ਕਾਰਨ ਕਰਕੇ ਇਸ ਚੀਜ਼ ਤੋਂ ਛੱਡਣ ਲਈ, ਇਸ ਚੀਜ਼ ਨੂੰ ਹਾਇਰਾਰਕੀ ਨੂੰ ਛੱਡਣ ਲਈ ਇਨਲਾਈਟਮੈਂਟ ਦਾ ਰਾਹ ਚੁਣਿਆ। ਸੋ ਪ੍ਰਿਵਿਲੇਜ ਕਲਾਸ ਫॉर्म ਮਾਈਨੋਰਿਟੀ ਪਾਰਟ ਆਫ ਦੀ ਪੋਪੂਲੇਸ਼ਨ। ਪ੍ਰਿਵਿਲੇਜ ਕਲਾਸ ਸੀ, ਮਾਈਨੋਰਿਟੀ ਸੀ, ਬਟ ਇੰਜੋਏ ਦੀ ਆਲ ਦੀ ਪ੍ਰਿਵਿਲੇजेस ਐਂਡ ਲਗਜ਼ਰੀਜ਼ ਆਫ ਦੀ ਲਾਈਫ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੋਸਾਇਟੀ ਦੋ ਪਾਰਟਸ ਵੰਡੀ ਗਈ ਹੈ। ਪ੍ਰਿਵਿਲੇਜ ਜਿਹੜੀ ਕਲਾਸ ਸੀ ਉਹਦੇ ਵਿੱਚ ਕਿੰਗ ਤੇ ਕਲਰਕੀ ਆਉਂਦੇ ਸਨ। ਸੰਖਿਆ ਉਹਨਾਂ ਦੀ ਘੱਟ ਸੀ ਲੇਕਿਨ ਉਹਨਾਂ ਦੀ ਆਜ਼ਾਦੀ, ਉਹ ਬਹੁਤ ਹੀ ਜ਼ਿਆਦਾ ਵੱਡੇ ਪੋਪੂਲੇਸ਼ਨ ਤੇ ਕਾਮਨਰਸ ਤੇ ਰਾਜ ਕਰਦੇ ਸਨ ਤਾਂ ਹਰ ਇੱਕ ਆਪਣੀ ਲਾਈਫ ਨੂੰ ਜੀਂਦੇ ਸਨ ਆਪਣੇ ਢੰਗ ਨਾਲ। ਵੇਅਰ ਦੀ ਨੋਨ ਪ੍ਰਿਵਿਲੇਜ ਸੈਕਸ਼ਨ ਦੈਟ ਫॉर्म ਦੀ ਮੈਜੋਰਿਟੀ ਆਫ ਸੋਸਾਇਟੀ ਸਫਰਡ ਅੰਡਰ ਦੀ ਸਿਸਟਮ ਹੈਵੀ ਟੈਕਸੇਸ਼ਨ ਵਿਦ ਨੋ ਪ੍ਰਿਵਿਲੇजेस। ਕਹਿੰਦੇ ਜਿਹੜੀ ਨੋਨ ਪ੍ਰਿਵਿਲੇਜ ਕਲਾਸ ਸੀ ਨਾ ਉਹ ਕੀ ਕਰਦੇ ਸੀ? ਸਫਰ ਹੀ ਕਰਦੇ ਹੁੰਦੇ ਸੀ ਹਮੇਸ਼ਾ, ਉਹਨਾਂ ਨੂੰ ਟੈਕਸ ਵੀ ਵੱਧ ਦੇਣੇ ਪੈਂਦੇ ਸੀ ਤੇ ਉਹ ਨੌਕਰਾਂ ਦੇ ਵਾਂਗ ਕੰਮ ਕਰਦੇ ਹੁੰਦੇ ਸੀ। Enlightenment was also a result of an economy that was feudal and was marked by barter system। ਕਹਿੰਦੇ ਕਿ ਜਿਹੜਾ ਜ਼ਮੀਨਦਾਰੀ ਸਿਸਟਮ ਸੀ, ਫਿਊਡਲਿਜ਼ਮ ਸੀ, ਇਹ ਤੋਂ ਛੁਟਕਾਰਾ ਪਾਉਣ ਲਈ ਵੀ ਲੋਕਾਂ ਨੇ ਇਨਲਾਈਟਮੈਂਟ ਦਾ ਰਾਹ ਚੁਣਿਆ। ਬਿਕੋਜ਼ ਇਸ ਟਾਈਮ ਤੇ ਕੀ ਸੀ? ਵਾਟਰ ਸਿਸਟਮ ਸੀ, ਨੋ ਨੈਸ਼ਨਲ ਮਾਰਕੀਟ, ਕੋਈ ਨੈਸ਼ਨਲ ਮਾਰਕੀਟ ਨਹੀਂ ਸੀ, ਨੋ ਯੂਨੀਫਾਰਮ ਸਿਸਟਮ ਵੇਟ ਐਂਡ ਮੇਜਰਸ। ਚੀਜ਼ ਦੇ ਬਦਲੇ ਚੀਜ਼ ਲੈਂਦੇ ਸੀ। ਕੋਈ ਜਿਵੇਂ ਕੋਇਨ ਚੱਲਦੇ ਹਨ, ਸਾਨੂੰ ਪਤਾ ਕੋਇਨ ਦੀ ਵੈਲਿਊ ਤਾਂ ਹਰ ਥਾਂ ਤੇ ਇੱਕ ਤਰ੍ਹਾਂ ਦੀ ਹੈ, ਲੇਕਿਨ ਇਵੇਂ ਦਾ ਕੋਈ ਯੂਨੀਫਾਰਮ ਸਿਸਟਮ ਨਹੀਂ ਸੀ ਉਸ ਟਾਈਮ ਤੇ। The religious malpractices in the form of sale of indulgence, sale of relics and sale of offices are also resulted in questioning the authority of old system and giving the new way of new word। ਕਹਿੰਦੇ ਕਿ ਸੀ ਉਸ ਟਾਈਮ ਤੇ ਜਿਹੜੀਆਂ ਕਿ ਰਿਲੀਜੀਅਸ ਮਾਲ ਪ੍ਰੈਕਟਿਸਿਸ ਹੁੰਦੀਆਂ ਸਨ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਸਟੋਰੀ ਸੁਣਾਈ ਸੀ ਨਾ ਕਿ ਜਿਹੜੇ ਕਿ ਜਿਨ੍ਹਾਂ ਤੋਂ ਵੱਧ ਧੰਨਵਾਦੀ ਸਨ, ਸੌਰੀ, ਜਿਵੇਂ ਕਿ ਜਿਨ੍ਹਾਂ ਤੋਂ ਬਹੁਤ ਹੀ ਜ਼ਿਆਦਾ ਪੈਸਾ ਸੀ, ਇੱਕ ਢੰਗ ਨਾਲ ਕਹਿ ਸਕਦੇ ਹਾਂ, ਜ਼ਮੀਨਾਂ ਬਹੁਤ ਸਨ, ਉਹ ਕੀ ਕਰਦੇ ਸਨ? ਪ੍ਰਾਈਸ ਕੋਲ ਜਾਂਦੇ ਸਨ, ਕਹਿੰਦੇ ਸਨ ਕਿ ਸਾਡੇ ਤੋਂ ਇੰਨੀਆਂ ਜ਼ਮੀਨਾਂ ਲੈ ਲਓ ਤੇ ਸਾਡਾ ਭੁਗਤਾਨ ਕਰ ਦਿਓ। ਸੋ ਉਹ ਆਪਣੇ ਖੁਦ ਜਾ ਕੇ ਆਪਣਾ, ਅਗਰ ਉਹਨਾਂ ਨੇ ਕੁਝ ਖੁਦ ਨਹੀਂ ਕਰਦੇ ਸਨ, ਉਹਨਾਂ ਨੇ ਇੱਕ ਤਰ੍ਹਾਂ ਦਾ ਖਰੀਦ ਹੀ ਲਿਆ ਸੀ ਰਿਲੀਜੀਅਸ ਸਿਸਟਮ ਨੂੰ। ਸੋ ਇਹ ਜਿਹੀਆਂ ਮਾਲ ਪ੍ਰੈਕਟਿਸਿਸ ਨੂੰ ਖਤਮ ਕਰਨ ਦਾ ਵੀ ਇੱਕ ਰੀਜ਼ਨ ਸੀ। ਰੋਲ ਆਫ ਇੰਟੈਲੈਕਚੁਅਲਸ ਲਾਈਕ ਵੋਲਟੇਅਰ, ਮੋਸਟੇਕ, ਲੋਕ, Rousseau, among others, introduced new idea of freedom of speech, separation of power, idea of popular consent।
ਕਹਿੰਦੇ ਨਾ ਸੀ ਕਿ ਰੋਲ ਆਫ ਇੰਟੈਲੈਕਚੁਅਲ ਮਤਲਬ ਕਿ ਇਹ ਫੇਮਸ ਪਰਸਨੈਲਿਟੀ ਸਨ ਜਿਨ੍ਹਾਂ ਨੇ ਲੋਕਾਂ ਦੇ ਵਿੱਚ ਜਾਗਰੂਕਤਾ ਲੈ ਕੇ ਆਏ ਕਿ ਤੁਸੀਂ ਸੋਚੋ, ਤੁਸੀਂ ਐਵੇਂ ਨਾ ਬੈਠੋ ਲੋਕਾਂ ਦੇ ਮਗਰ ਨਾ ਲੱਗੋ, ਰਾਜਿਆਂ ਦੇ ਮਗਰ, ਤੁਸੀਂ ਖੁਦ ਦੀ ਜ਼ਿੰਦਗੀ ਖੁਦ ਜੀਓ। ਸੋ ਇਹ ਪਰਸਨੈਲਿਟੀਜ਼ ਨੇ, ਇਹਨਾਂ ਨੂੰ ਅਸੀਂ ਯਾਦ ਰੱਖਣਾ, ਇਹਨਾਂ ਦੇ ਕਰਕੇ ਸਾਡੇ ਮਨ ਵਿੱਚ ਆਈਡੀਆ ਹੈ ਕਿ ਸਾਨੂੰ ਫਰੀਡਮ ਆਫ ਸਪੀਚ ਹੋਣੀ ਚਾਹੀਦੀ ਹੈ, ਸੈਪਰੇਸ਼ਨ ਆਫ ਪਾਵਰ ਹੋਣਾ ਚਾਹੀਦਾ ਹੈ। ਸੋ ਪਾਪੂਲਰ ਕੰਸੈਪਟ ਮਤਲਬ ਕਿ ਲੋਕਾਂ ਦੀ ਮਰਜ਼ੀ ਨਾਲ ਹੀ ਰੂਲ ਚੱਲਣੇ ਚਾਹੀਦੇ ਹਨ। ਦੀ ਪੀਪਲ ਆਫ ਦੀ ਪ੍ਰੀ ਮਾਡਰਨ ਐਰਾ ਗੇਵ ਵੇ ਟੂ ਇਨਲਾਈਟਮੈਂਟ। ਇਵੇਂ ਹੀ ਪ੍ਰੀ ਮਾਡਰਨ ਐਰਾ ਦੇ ਲੋਕਾਂ ਨੇ ਇਨਲਾਈਟਮੈਂਟ ਦਾ ਰਾਹ ਚੁਣਿਆ। ਆਈਡੀਆਸ ਫੀਚਰ ਆਫ ਇਨਲਾਈਟਮੈਂਟ, ਕਹਿੰਦੇ ਕਿ ਇਨਲਾਈਟਮੈਂਟ ਦੇ ਕੀ ਫੀਚਰ ਸਨ, ਇਹਦੇ ਵਿੱਚ ਕੀ ਆਈਡੀਆ ਹੁੰਦੇ ਸਨ ਕਿ ਉਹ ਕੀ ਪ੍ਰਾਪਤ ਕਰਨਾ ਚਾਹੁੰਦੇ ਸਨ। ਸਭ ਤੋਂ ਪਹਿਲਾਂ ਹੈਗਾ ਲਿਬਰੇਸ਼ਨ, ਉਹਨਾਂ ਨੂੰ ਕੀ ਚਾਹੀਦੀ ਸੀ, ਆਜ਼ਾਦੀ ਚਾਹੀਦੀ ਸੀ। The philosophy of liberalism emphasizes that the institution like church, state and society exist for individual। ਕਹਿੰਦੇ ਅਗਰ ਕੋਈ ਚਰਚ ਹੈ, ਸੁਸਾਇਟੀ, ਕਹਿੰਦੇ ਸਾਡੇ ਲਈ ਹੀ ਬਣੀ ਹੈਗੀ ਹੈ। ਸੋ ਇਹਨਾਂ ਨੂੰ ਸਾਡੇ ਤੇ ਰਾਜ ਨਹੀਂ ਕਰਨਾ ਚਾਹੀਦਾ, ਸਾਡੇ ਸਹੂਲੀਅਤ ਦੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ ਇਹਨਾਂ ਨਾਲ ਸਾਡੇ, not vice versa। So they cannot control each and every aspect of man's life, rather the man ought to be free। ਕਹਿੰਦੇ ਕਿ ਇਹ ਮੈਨ ਨੂੰ ਕੰਟਰੋਲ ਨਹੀਂ ਕਰ ਸਕਦੇ, ਬੰਦਾ ਬਣਿਆ ਹੀ ਫ੍ਰੀ ਹੈਗਾ, ਆਪਣੀ ਥੋਟਸ ਉਹਨਾਂ ਨੂੰ ਫ੍ਰੀ ਰੱਖਣੇ ਚਾਹੀਦੇ ਆ। ਇਗੈਲੀਟੇਰਿਜ਼ਮ, ਅਗਰ ਮੈਂ ਦੱਸਦਾ ਇਗੈਲੀਟੇਰਿਜ਼ਮ ਮਤਲਬ ਕੋਈ ਤਰ੍ਹਾਂ ਦਾ ਭੇਦਭਾਵ ਨਹੀਂ ਹੋਏਗਾ, ਸਭ ਕੁਝ ਇਕੁਅਲ ਹੋਏਗਾ। ਦਿਸ ਫਿਲੋਸਫੀ ਐਡਵੋਕੇਟਡ ਦੀ ਆਈਡੀਆ ਆਫ ਇਕੁਐਲਿਟੀ ਆਫ ਮੈਨਕਾਈਂਡ ਬਾਈ ਬਰਥ। ਕਹਿੰਦੇ ਕਿ ਮਨੁੱਖ ਜਨਮ ਤੋਂ ਹੀ ਇਕੁਅਲ ਹੈ, ਰੱਬ ਨੇ ਉਸਨੂੰ ਇਕੁਅਲ ਹੀ ਬਣਾਇਆ। ਸੋ ਅਸੀਂ ਬੋਰਨ ਇਕੁਅਲ ਹੋਏ ਹਾਂ, ਅਸੀਂ ਵੱਡੇ ਹੋ ਕੇ ਵੀ ਆਜ਼ਾਦੀ ਵੀ ਸਾਨੂੰ ਇਕੁਅਲ ਹੀ ਮਿਲਣੀ ਚਾਹੀਦੀ ਹੈਗੀ ਹੈ। Empiricism ਮਤਲਬ it calls for expecting only those ideas practices that can be seen and touched or felt। ਮਤਲਬ ਕਿ ਜੋ ਜਿਨ੍ਹਾਂ ਦੇ ਪਿੱਛੇ ਕੋਈ ਰੀਜ਼ਨ ਹੈਗਾ ਨਾ, ਪ੍ਰੈਕਟਿਸ ਉਵੇਂ ਦੀ ਹੋਣੀ ਚਾਹੀਦੀ ਹੈ, ਆਈਡੀਆਸ ਉਵੇਂ, ਜਿਵੇਂ ਕਿ ਪਹਿਲਾਂ ਜ਼ਮਾਨੇ 'ਚ ਤਾਂ ਕਹਿੰਦੇ ਨੇ ਕਿ ਧਰਤੀ ਚੌਰਸ ਹੈਗੀ ਹੈ। ਸੋ ਨਹੀਂ, ਇੱਦਾਂ ਨਹੀਂ ਹੈ, ਕਿਸੇ ਦਾ ਮਗਰ ਨਹੀਂ ਰੱਖ ਸਕਦਾ। ਅਗਰ ਤੁਸੀਂ ਗੱਲ ਕਹਿ ਰਹੇ ਹੋ, ਉਹਦਾ ਐਵੀਡੈਂਸ ਦਿਓ, ਉਹਦਾ ਪ੍ਰੂਫ ਦਿਓ। ਸੋ ਇੰਪੀਰੀਸਿਜ਼ਮ ਹੋਣਾ ਚਾਹੀਦਾ ਹੈ, ਹਰ ਇੱਕ ਚੀਜ਼ ਦੇ ਪਿੱਛੇ ਰੀਜ਼ਨ ਹੋਣਾ ਚਾਹੀਦਾ। ਇਹ ਰਿਗਾਰਡਿੰਗ ਮੈਂ ਗੱਲ ਕੀ ਹੈ। ਕੰਸਟੀਟਿਊਸ਼ਨਲਿਜ਼ਮ ਮਤਲਬ ਕਿ ਅਗਰ ਸੰਵਿਧਾਨ ਦੇ ਵਿੱਚ ਜਿਵੇਂ ਸਾਡੇ ਲਿਖਿਆ ਹੋਇਆ ਉਹਦੇ ਅਕੋਰਡਿੰਗ ਹੀ ਰੂਲ ਚੱਲਣੇ ਚਾਹੀਦੇ ਆ, ਖੁਦ ਤੋਂ ਨਹੀਂ ਬਣਾਉਣੇ ਚਾਹੀਦੇ। ਸੋ ਉਹਦੇ ਅਕੋਰਡਿੰਗ ਪਨਿਸ਼ਮੈਂਟ ਵੀ ਮਿਲਣੀ ਚਾਹੀਦੀ ਹੈ। ਆਈਡੀਆ ਲਿਮਿਟਸ ਔਨ ਪਾਵਰ ਔਨ ਦੀ ਅਥਾਰਟੀ ਇਜ਼ ਅਕੋਰਡਿੰਗ ਵਿਦ ਦੀ ਕੰਸਟੀਟਿਊਸ਼ਨ। ਅੱਗੇ ਹੈਗਾ ਡੈਮੋਕ੍ਰੈਟਿਕ ਵਿਜ਼ਨ, ਵੇਅਰ ਦੀ ਵਿਲ ਆਫ ਮੈਜੋਰਿਟੀ ਬਿਕਮਸ ਦੀ ਲਾਅ ਆਫ ਲੈਂਡ। ਇਟ ਵਾਜ਼ ਅਗੇਂਸਟ ਦੀ ਰੂਲ ਆਫ ਐਨ ਇੰਡੀਵਿਜੂਅਲ ਐਂਡ ਲੇਡ ਦੀ ਐਮਫਸਿਸ ਔਨ ਦੀ ਰੂਲ ਆਫ ਲਾਅ। ਕਹਿੰਦੇ ਜਿੱਥੇ ਕਿ ਬਹੁਤ ਹੀ ਮੈਜੋਰਟੀ ਦਾ ਮਤਲਬ ਕਿ ਸਾਰੇ ਦੇ ਸਾਰੇ, ਡੈਮੋਕ੍ਰੈਟਿਕ ਵਿਜ਼ਨ ਮਤਲਬ ਕਿ ਇੱਕ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ, ਲਾਅ ਆਫ ਲੈਂਡ ਹੋਣਾ ਚਾਹੀਦਾ ਹੈ, ਐਂਡ ਦੀ ਰੂਲ ਆਫ ਇੰਡੀਵਿਜੂਅਲ ਲੈਂਡ ਐਮਫਸਿਸ ਔਨ ਦੀ ਰੂਲ ਆਫ ਲਾਅ। ਮਤਲਬ ਕਿ ਜੋ ਵੀ ਹੋਵੇਗਾ ਰੂਲ ਦੇ ਅਕੋਰਡਿੰਗ ਹੋਏਗਾ, ਰੂਲ ਆਫ ਲਾਅ ਇਹੀ ਕਹਿੰਦਾ ਹੈਗਾ। ਅੱਗੇ ਗੱਲ ਆ ਗਈ ਹੈ ਰੈਸ਼ਨਲਿਜ਼ਮ ਮਤਲਬ ਕਿ ਇੱਕ ਤਰ੍ਹਾਂ ਦਾ ਲੌਜਿਕ ਹੋਣਾ ਚਾਹੀਦਾ ਹਰ ਇੱਕ ਗੱਲ ਪਿੱਛੇ। We reason act on the basis of all of your beliefs and there is no space for prejudice or stereotypes of any kind। ਐਵੇਂ ਨਹੀਂ ਹੈ ਕਿ ਜੋ ਸਦੀਆਂ ਤੋਂ ਚੱਲ ਰਿਹਾ ਸੀ ਉਹਦੇ ਅਕੋਰਡਿੰਗ ਚੱਲੀਏ, ਕੋਈ ਚੀਜ਼ ਅਗਰ ਕੋਈ ਅਸੀਂ ਕਲਚਰ ਅਸੀਂ ਫੋਲੋ ਕਰ ਰਹੇ ਹਾਂ ਜਾਂ ਫਿਰ ਕੋਈ ਅਸੀਂ ਪ੍ਰੈਕਟਿਸਿਸ ਜਿਹੜੀਆਂ ਹੈਗੀਆਂ ਅਸੀਂ ਫੋਲੋ ਕਰ ਰਹੇ ਹਾਂ, ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਜ਼ਰੂਰ ਹੋਣਾ ਚਾਹੀਦਾ ਹੈ। ਸਪਰੈਡ ਆਫ ਇਨਲਾਈਟਮੈਂਟ, ਸੋ ਇਨਲਾਈਟਮੈਂਟ ਕਿਉਂ ਆਈ, ਇਹਦੇ ਕੀ ਫੀਚਰਸ ਹਨ, ਉਹ ਤਾਂ ਸਾਨੂੰ ਪਤਾ ਚੱਲ ਗਿਆ। ਸੋ ਇਹ ਕਿੱਦਾਂ ਫੈਲ ਗਈ। Two major processes contributed in the spread of ideas of enlightenment from Europe to the rest of world। ਕਹਿੰਦੇ ਕਿ ਮੇਜਰ ਜਿਹੜੇ ਪ੍ਰੋਸੈਸਿਸ ਸੀ ਉਹ ਕੀ ਸੀ ਇਹਦੇ ਵਿੱਚ। Immigrations, vast majority of European immigrated to foreign lands as a result of religious parts। ਕਹਿੰਦੇ ਕਿ ਜਿਵੇਂ ਕਿ ਉੱਥੇ ਅਗਰ ਕੋਈ ਲੜਾਈ ਹੋ ਰਹੀ ਹੈ, ਉਹਨਾਂ ਨੇ ਕੀ ਕੀਤਾ ਕਿ ਆਪਣੇ ਅਸੀਂ ਛੱਡ ਦੇਵਾਂਗੇ, ਕਿਸੇ ਹੋਰ ਜਗ੍ਹਾ 'ਤੇ ਜਾਵਾਂਗੇ। ਸੋ ਕ੍ਰਾਂਤੀ ਜਦ ਆਉਂਦੀ ਹੈ ਅਤੇ ਲੋਕਾਂ ਨੇ ਡਿਸਟਰਕਸ਼ਨਸ ਹੋ ਰਹੀ ਸੀ, ਉਹਨਾਂ ਨੇ ਨਵੀਆਂ ਫੋਰਨ ਲੈਂਡਸ 'ਤੇ ਜਾਣਾ ਸਟਾਰਟ ਕਰਤਾ, ਐਵੇਂ ਆਪਣੇ ਆਈਡੀਆਜ਼ ਵੀ ਨਾਲ ਹੀ ਲੈ ਕੇ ਆਏ। ਪੋਲੀਟੀਕਲ ਟਰਨਮੋਰ ਇਨ ਦੀ ਯੂਰਪ ਐਜ਼ ਦੇ ਮੂਵ ਆਊਟ ਦੇ also took along the ideas of enlightenment to the new lands। ਐਵੇਂ ਹੀ ਉਹਨਾਂ ਨੇ ਕੀ ਕੀਤਾ, ਆਪਣੇ ਆਈਡੀਆਜ਼ ਨੂੰ ਅਲੱਗ-ਅਲੱਗ ਜਗ੍ਹਾ 'ਤੇ ਫੈਲਾਉਣਾ ਸਟਾਰਟ ਕਰ ਦਿੱਤਾ ਇਮੀਗ੍ਰੇਸ਼ਨ ਦੇ ਕਰਕੇ। ਕੀ ਗੱਲ ਆਉਂਦੀ ਹੈ ਇੰਪੀਰੀਅਲਿਜ਼ਮ ਮਤਲਬ ਕਿ यूरोपियन इंपीरियलिज्म इज कैरिड द यूरोपियन आइडियाज एंड कल्चर टू द कॉलोनीज। जिमें कि साडे राज किया ब्रिटिश वाले ने, इंपीरियलिज्म हो गया। सो उन्होंने अपने ही आइडियाज कल्चर साडी कॉलोनीज के विच उन्होंने जो देने स्टार्ट कर दिते। The other means for spread of idea enlightenment were the salo and small gathering of philosophers to discuss their ideas। The newspaper, books, Christian missionaries, travelers, merchants all contribute to the spread of ideas of enlightenment। और ਅਸੀਂ ਗੱਲ ਕਰਦੇ ਹਾਂ ਕਿ ਹੋਰ ਕੀ ਸੀ ਤਰੀਕੇ ਇਨਲਾਈਟਮੈਂਟ ਕਿਉਂ ਹੋਈ ਹੈ। ਬਿਕੋਜ਼ ਕਿ ਗੈਦਰਿੰਗ ਹੋਣੀ ਸਟਾਰਟ ਹੋ ਗਈ, ਲੋਕਾਂ ਨੇ ਅਗਰ ਕੋਈ ਇੱਕ ਪੜ੍ਹਿਆ ਲਿਖਿਆ ਹੈਗਾ ਉਹ ਨਿਊਜ਼ਪੇਪਰ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ ਸਾਰਿਆਂ ਨੂੰ ਕਿ ਐਵੇਂ ਚੱਲ ਰਿਹਾ ਹੈ ਬਾਹਰਲੇ ਦੇਸ਼ਾਂ ਵਿੱਚ, ਤੁਸੀਂ ਵੀ ਜਾਗੋ, ਜਾਗਰੂਕ ਹੋਵੋ, ਇਹਦੇ ਰਿਗਾਰਡਿੰਗ ਕੀਤਾ ਜਾਂਦਾ ਸੀ।
ਅੱਗੇ ਗੱਲ ਆਉਂਦੀ ਇੰਪੈਕਟ ਤੇ ਕੰਸੈਸ਼ਨ ਆਫ ਇਨਲਾਈਟਨਮੈਂਟ ਦੇ ਕੀ ਇੰਪੈਕਟ ਹੋਏ ਸਨ। ਗਰੋਥ ਆਫ ਨਿਊ ਅਵੇਕਨਿੰਗ ਅਮੰਗ ਦੀ ਮਾਸਿਸ ਵਿਚ ਰਿਜ਼ਲਟ ਇਨ ਮਾਸਿਸ ਕੁਐਸਚਨਿੰਗ। ਕਹਿੰਦੇ ਕਿ ਲੋਕਾਂ ਦੇ ਵਿੱਚ ਮਾਸਿਸ ਮਤਲਬ ਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਵਿੱਚ ਅਵੇਕਨਿੰਗ ਆਉਣੀ ਸਟਾਰਟ ਹੋ ਗਈ। ਸੋ ਉਹਨਾਂ ਨੇ ਕੁਐਸਚਨਿੰਗ ਕਰਨੀ ਸਟਾਰਟ ਕਰ ਦਿੱਤੀ। ਜਿਹੜੇ ਓਲਡ ਇੰਸਟੀਟਿਊਸ਼ਨਲ ਪ੍ਰੈਕਟਿਸਿਸ, ਜਿਹੜੇ ਪੁਰਾਣੀਆਂ ਜਿਹੜੀਆਂ ਇੰਸਟੀਟਿਊਸ਼ਨਲ ਪ੍ਰੈਕਟਿਸ ਚੱਲ ਰਹੀਆਂ ਸੀ, ਉੱਥੇ ਕੁਐਸਚਨਿੰਗ ਹੋਣੀ ਸਟਾਰਟ ਹੋ ਗਈ। ਸੀਕਿੰਗ ਰਿਫਾਰਮਸ ਇਨ ਆਲ ਸਪੀਅਰਸ ਆਫ ਲਾਈਫ। ਹੁਣ ਉਹ ਕੀ ਚਾਹੁੰਦੇ ਨੇ? ਰਿਫਾਰਮਸ ਚਾਹੁੰਦੇ ਨੇ। Ideas like liberty, equality, fraternity start resonating in the hearts and mind of massive। ਕਹਿੰਦੇ ਲਿਬਰਟੀ, ਇਕੁਐਲਿਟੀ, ਫਰਟਰਨਿਟੀ ਵਰਗੇ ਆਈਡੀਆਜ਼ ਜਿਹੜੇ ਹਰ ਇੱਕ ਦੇ ਮਾਈਂਡ 'ਚ ਆ ਗਏ, ਨਹੀਂ ਸਾਨੂੰ ਵੀ ਇਹ ਚਾਹੀਦੇ ਨੇ। Enlightenment also prepared the ground for popular revolt movements like the French Revolution। ਕਹਿੰਦੇ Enlightenment ਦੇ ਕਰਕੇ ਹੀ ਇਵੇਂ ਦੀਆਂ ਮੂਵਮੈਂਟਸ ਆਈਆਂ ਨੇ ਜਿਹਨਾਂ ਨੂੰ ਅਸੀਂ ਡਿਟੇਲ ਵਿੱਚ ਪੜ੍ਹਾਂਗੇ, ਸਾਡੇ ਸਿਲੇਬਸ ਵਿੱਚ ਆਈ ਹੈ। ਫ੍ਰੈਂਚ ਰੈਵੋਲੂਸ਼ਨ 1789 ਵਿੱਚ ਜਿਹੜੀ ਆਈ ਹੈ, ਦੂਸਰੀ ਕਿ ਅਮਰੀਕਨ ਰੈਵੋਲੂਸ਼ਨ ਵਿੱਚ 1776 ਵਿੱਚ ਆਈ ਹੈ, ਅਤੇ ਯੂਰੋਪੀਅਨ ਰੈਵੋਲੂਸ਼ਨ ਜਿਹੜੀ ਕਿ ਦੋ ਤਰ੍ਹਾਂ ਦੀ ਹੈ, 1830 ਦੇ ਵਿੱਚ, 1848 ਦੇ ਵਿੱਚ। ਇਹਨਾਂ ਸਾਰੇ ਬਾਰੇ ਅਸੀਂ ਪੜ੍ਹਾਂਗੇ ਜ਼ਰੂਰ। ਸੋ ਅੱਗੇ ਗੱਲ ਆਉਂਦੀ ਹੈ ਰਿਮਾਰਕੇਬਲ ਪ੍ਰੋਗਰੈਸ ਵਾਸ ਆਲਸੋ ਵਿਟਨੈਸ ਇਨ ਦੀ ਫੀਲਡ ਆਫ ਲਿਟਰੇਚਰ। ਫॉर एग्जांपल ਸਪਿਰਿਟ ਆਫ ਲਵ ਇੰਟਰੋਡਿਊਸਡ ਬਾਈ ਮੋਂਟੈਸਕਿਊ। ਕਹਿੰਦੇ ਕਿ ਲਿਟਰੇਚਰ ਦੇ ਵਿੱਚ ਵੀ ਐਵੇਂ ਹੀ ਤਰ੍ਹਾਂ ਦੇ ਰਿਮਾਰਕੇਬਲ ਪ੍ਰੋਗਰੈਸ ਹੋਈ ਹੈ। ਸੋ ਉਹਨਾਂ ਨੇ ਵੀ ਲਿਬਰਟੀ ਦੇ ਨਾਲ ਰਿਗਾਰਡਿੰਗ ਲਿਟਰੇਚਰ ਵਿੱਚ ਬਹੁਤ ਸਾਰੀਆਂ ਚੀਜ਼ਾਂ ਸ਼ਾਮਿਲ ਕੀਤੀਆਂ। ਮੋਂਟੈਕਸ ਇੱਕ ਤਰ੍ਹਾਂ ਦੀ ਐਗਜ਼ਾਮਪਲ ਹੈਗੀ ਆਪਣੀ ਫੇਮਸ ਪਰਸਨੈਲਿਟੀ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਲਿਟਰੇਚਰ ਲਿਖਣਾ ਸਟਾਰਟ ਕਰ ਦਿੱਤਾ। Scientific invention emerged as the liberal and progressive ideas of enlightenment prepared the way for industrial revolution। So scientific invention ਹੋਣੀ ਸਟਾਰਟ ਕਰਤੀ। ਸੋ ਮਤਲਬ ਕਿ ਹਰ ਇੱਕ ਚੀਜ਼ ਦੇ ਵਿੱਚ ਕੀ ਸਾਇੰਸ ਲੱਗਦੀ, ਕੀ ਰੀਜ਼ਨ ਲੱਗਦਾ ਹੈ, ਉਹਦੇ ਬਾਰੇ ਲੋਕਾਂ ਨੇ ਸਟਾਰਟ ਕਰ ਦਿੱਤਾ, ਜਿਹਦੇ ਨਾਲ ਕੀ ਹੋਇਆ, ਇੰਡਸਟਰੀਅਲ ਰੈਵੋਲੂਸ਼ਨ ਹੋਣੀ ਸਟਾਰਟ ਹੋ ਗਈ। ਮਤਲਬ ਕਿ ਉਹਨਾਂ ਨੇ ਮਸ਼ੀਨੀ ਕੰਮ ਕਰਨੇ ਸਟਾਰਟ ਕਰ ਦਿੱਤੇ, ਮਸ਼ੀਨਾਂ ਦੀ ਖੋਜ ਹੋਣੀ ਸਟਾਰਟ ਹੋ ਗਈ। Enlightenment resulted in the emergence of ideology of nationalism as seen by unification of Germany and Italy। ਕਹਿੰਦੇ enlightenment ਦਾ ਕੀ ਨਾ ਹੈ, ਲੋਕੀ ਇਕਜੁੱਟ ਹੋ ਗਏ ਕਿ ਅਸੀਂ ਖੁਦ ਲਈ ਸੋਚਣਾ ਹੈਗਾ। ਸੋ ਇਹਨਾਂ ਦੇ ਵਿੱਚ ਯੂਨੀਫਿਕੇਸ਼ਨ ਹੋ ਗਿਆ, ਨੈਸ਼ਨਲਿਜ਼ਮ ਦੀ ਪਾਵਰ ਆ ਗਈ ਕਿ ਅਸੀਂ ਆਪਣੇ ਦੇਸ਼ ਦੇ ਲਈ ਕੰਮ ਕਰਾਂਗੇ। ਇਵੇਂ ਨਿਊ ਕੰਟਰੀਜ਼ ਇਮਰਜ ਹੋ ਗਈਆਂ ਜਿਵੇਂ ਕਿ ਜਰਮਨੀ ਐਂਡ ਇਟਲੀ। Enlightenment also resulted in several political changes। Enlightenment ਦੇ ਨਾਲ ਪੋਲੀਟੀਕਲ ਚੇਂਜਿਸ ਵੀ ਬਹੁਤ ਸਾਰੇ ਚੇਂਜ ਹੋਏ ਆ ਬਿਕੋਜ਼ the word give up the idea of royal absolutism and the idea of renovate despotism emerged। ਕਹਿੰਦੇ ਕਿ ਐਵੇਂ ਹੀ ਆਈਡੀਆਜ਼ ਹੋਣੇ ਸਟਾਰਟ ਹੋ ਗਏ। ਰਿਜਿਡ ਸੋਸ਼ਲ ਹਿਰਾਰਕੀ ਵਾਸ ਆਲਸੋ ਚੇਂਜਡ। ਕਹਿੰਦੇ ਕਿ ਜਿਹੜੀ ਕਿ ਪਹਿਲਾਂ ਰਿਜਿਡ ਹਿਰਾਰਕੀ ਸੀ ਉਹ ਚੇਂਜ ਹੋ ਗਈ ਹੈ। ਸੋ ਸਿਸਟਮ ਆਫ ਫਿਊਡਲਿਜ਼ਮ ਰਿਪਲੇਸਡ ਬਾਈ ਦ ਆਈਡੀਆ ਆਫ ਫ੍ਰੀ ਮੂਵਮੈਂਟ ਐਂਡ ਗੁੱਡਸ ਐਂਡ ਪੀਪਲਸ। ਸੋ ਫਿਊਡਲਿਜ਼ਮ ਜਿਹੜੇ ਸਿਸਟਮ ਸੀ ਉਹਨੂੰ ਚੇਂਜ ਹੋ ਕੇ ਸੋ ਫ੍ਰੀ ਮੂਵਮੈਂਟ ਹੋਣੀ ਸਟਾਰਟ ਹੋ ਗਈ ਗੁੱਡਸ ਐਂਡ ਕਮੋਡਿਟੀਜ਼ ਸੀ। ਸੋ ਡੀਕੋਲੋਨਾਈਜੇਸ਼ਨ ਸਟਾਰਟ ਹੋ ਗਈ ਇਨਲਾਈਟਮੈਂਟ ਦੇ ਨਾਲ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਕਿਸੇ ਦੇ ਕੰਟਰੋਲ ਵਿੱਚ ਨਹੀਂ ਰਵਾਂਗੇ। ਅਸੀਂ ਆਪਣਾ ਡੀਕੋਲੋਨਾਈਜੇਸ਼ਨ ਦੇ ਰਿਜ਼ਲਟ ਨਾਲ ਹੀ ਇੰਡੀਆ ਵੀ ਆਪਣੀ ਹੀ ਪਾਥ ਦੇ ਵਿੱਚ ਆਪਣੀ ਇਕਨੋਮਿਕ ਕੰਟਰੀ ਬਣ ਗਿਆ। ਸੋ ਤਾਂ ਇਹ ਸੀ ਅੱਜ ਸਾਡੇ ਲੈਕਚਰ ਇਨਲਾਈਟਮੈਂਟ ਦੇ ਰਿਗਾਰਡਿੰਗ ਮੈਂ ਦਿੱਤਾ ਹੈਗਾ। ਸੋ ਅਗਰ ਤੁਹਾਨੂੰ ਕੋਈ ਕੁਐਸਚਨ ਹੈ ਇਨਲਾਈਟਮੈਂਟ ਤੁਸੀਂ ਆਪਣੀ ਵਰਡਿੰਗ ਵਿੱਚ ਲਿਖ ਸਕਦੇ ਹੋ। ਮੈਂ ਤੁਹਾਨੂੰ ਸਮਝਾ ਦਿੱਤਾ, PDF ਵੀ ਅਪਲੋਡ ਹੋ ਗਈ ਹੈ। ਫਰਦਰ ਅਗਰ ਤੁਸੀਂ ਇਹਦੇ ਰਿਗਾਰਡਿੰਗ ਹੋਰ ਜ਼ਿਆਦਾ ਨੌਲੇਜ ਚਾਹੁੰਦੇ ਹੋ ਇਸ ਟੌਪਿਕ ਦੇ ਰਿਗਾਰਡਿੰਗ, ਤੁਸੀਂ ਮੇਰੇ ਨਾਲ ਦੇ ਨਾਲ ਟੌਪਿਕ ਵਾਈਜ਼ ਤਾਮਿਲਨਾਡੂ ਬੁੱਕਸ ਨੂੰ ਫੋਲੋ ਕਰ ਸਕਦੇ ਹੋ। ਬੁੱਕਸ ਦੇ ਜੋ ਕਿਹੜੀ ਕਲਾਸ ਦੀ ਕਰਨੀ ਹੈ ਅਸੀਂ ਮੈਂਸ਼ਨ ਕੀਤੀ ਹੈ। ਸੋ ਥੈਂਕ ਯੂ ਐਂਡ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ।